ਪਾਠ 3 ਪਸੰਦ ਆਪੋ ਆਪਣੀ। ਅੱਜ ਅਰਸ਼ ਦੇ ਸਕੂਲ ਵਿੱਚ ਸਾਰੇ ਬੱਚਿਆਂ ਦੇ ਕੱਦ ਅਤੇ ਭਾਰ ਮਿਣੇ ਜਾ ਰਹੇ ਸਨ। ਇੱਕ ਦੀਵਾਰ ਨਾਲ ਕੱਦ ਮਿਣਨ ਲਈ ਨਿਸ਼ਾਨ ਲੱਗੇ ਹੋਏ ਸਨ, ਜਿਨ੍ਹਾਂ ਦੇ ਇੱਕ ਪਾਸੇ ਫੁੱਟ ਅਤੇ ਇੰਚਾਂ ਦੇ ਨਿਸ਼ਾਨ ਸਨ, ਜਦ ਕਿ ਦੂਸਰੇ ਪਾਸੇ ਮੀਟਰ ਅਤੇ ਸੈਂਟੀਮੀਟਰ ਲਿਖੇ ਹੋਏ ਸਨ। ਸਾਰੇ ਬੱਚੇ ਵਾਰੋ-ਵਾਰੀ ਉਸ ਦੀਵਾਰ ਉੱਤੇ ਲੱਗੇ ਨਿਸ਼ਾਨਾਂ ਕੋਲ ਜਾ ਖੜ੍ਹਦੇ ਸਨ, ਜਿੱਥੇ ਅਧਿਆਪਕ ਜੀ ਇੱਕ ਰਜਿਸਟਰ ਵਿੱਚ ਉਹਨਾਂ ਦੇ ਨਾਵਾਂ ਸਾਹਮਣੇ ਉਹਨਾਂ ਦਾ ਸਹੀ ਕੱਦ ਨੋਟ ਕਰ ਰਹੇ ਸਨ ਅਤੇ ਹਰ ਬੱਚੇ ਨੂੰ ਦੱਸ ਵੀ ਰਹੇ ਸਨ। ਅਰਸ਼ ਦਾ ਕੱਦ 4 ਫੁੱਟ 7 ਇੰਚ ਸੀ, ਜਦ ਕਿ ਉਸ ਦੇ ਦੋਸਤ ਭੋਲੇ ਦਾ ਕੱਦ 4 ਫੁੱਟ 5 ਇੰਚ ਸੀ। ਲੜਕੀਆਂ ਵਿੱਚੋਂ ਸਭ ਤੋਂ ਲੰਬਾ ਕੱਦ ਅਰਸ਼ ਦਾ ਹੀ ਸੀ, ਜਦ ਕਿ ਲੜਕੀਆਂ ਵਿੱਚੋਂ ਸਿਮਰਨ ਸਭ ਤੋਂ ਲੰਬੀ ਸੀ। ਸਿਮਰਨ ਦੀ ਮਾਤਾ ਦਾ ਕੱਦ ਵੀ ਬਹੁਤ ਲੰਬਾ ਸੀ। ਉਸ ਤੋਂ ਬਾਅਦ ਸਭ ਦੇ ਭਾਰ ਤੋਲੇ ਗਏ। ਅਰਸ਼ ਦਾ ਸਰੀਰ ਪਤਲਾ ਸੀ, ਜਦ ਕਿ ਭੋਲਾ ਗੋਲ ਮਟੋਲ ਜਿਹਾ ਸੀ। ਅਰਸ਼ ਦਾ ਭਾਰ 30 ਕਿਲੋ ਸੀ, ਜਦ ਕਿ ਭੋਲੇ ਦਾ ਭਾਰ 32 ਕਿਲੋ ਸੀ। ਕੱਦ ਚਾਹੇ ਅਰਸ਼ ਦਾ ਵੱਧ ਸੀ, ਪਰ ਵਜ਼ਨ ਭੋਲੇ ਦਾ ਵੱਧ ਸੀ। ਅਰਸ਼ ਨੇ ਆਪਣੇ ਅਧਿਆਪਕ ਨੂੰ ਪੁੱਛਿਆ ਕਿ ਭੋਲੇ ਦਾ ਭਾਰ ਜ਼ਿਆਦਾ ਕਿਉਂ ਹੈ। ਅਧਿਆਪਕ ਜੀ ਕਹਿਣ ਲੱਗੇ, ਇਹ ਭਲਵਾਨਾਂ ਦੇ ਪਰਿਵਾਰ ਵਿੱਚੋਂ ਹੈ। ਇਸ ਦਾ ਵੱਡਾ ਭਰਾ ਸਕੂਲ ਦੀ ਕਬੱਡੀ ਦੀ ਟੀਮ ਵਿੱਚ ਹੈ। ਇਸ ਦੇ ਪਿਤਾ ਜੀ ਵੀ ਕਾਫੀ ਭਾਰੇ ਸਰੀਰ ਦੇ ਹਨ। ਉਹਨਾਂ ਦੀ ਤਰ੍ਹਾਂ ਹੀ ਇਸ ਦਾ ਸਰੀਰ ਹੈ। ਹਾਂ, ਤੇਰਾ ਵਜ਼ਨ ਤੇਰੀ ਉਮਰ ਅਤੇ ਕੱਦ ਦੇ ਹਿਸਾਬ ਨਾਲ ਘੱਟ ਹੈ। ਤੂੰ ਆਪਣੀ ਖੁਰਾਕ ਵੱਲ ਧਿਆਨ ਦੇ, ਦੁੱਧ ਆਦਿ ਪੀਆ ਕਰ। ਭੋਲਾ ਕਹਿਣ ਲੱਗਾ, ਜੀ ਇਹ ਦੁੱਧ ਪੀਂਦਾ ਹੀ ਨਹੀਂ, ਇਸ ਦੀ ਮੰਮੀ ਮਿੰਨਤਾਂ ਕਰਦੀ ਰਹਿੰਦੀ ਹੈ। ਅਧਿਆਪਕ, ਕਿਉਂ ਬਈ, ਤੂੰ ਦੁੱਧ ਕਿਉਂ ਨਹੀਂ ਪੀਂਦਾ? ਅਰਸ਼, ਜੀ ਮੈਨੂੰ ਚੰਗਾ ਨਹੀਂ ਲੱਗਦਾ। ਅਧਿਆਪਕ, ਦੁੱਧ ਵਿੱਚ ਸਰੀਰ ਲਈ ਜ਼ਰੂਰੀ ਸਾਰੇ ਪੋਸ਼ਕ ਤੱਤ ਹੁੰਦੇ ਹਨ, ਇਸ ਲਈ ਦੁੱਧ ਨੂੰ ਸੰਪੂਰਨ ਆਹਾਰ ਕਿਹਾ ਜਾਂਦਾ ਹੈ। ਸਾਨੂੰ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ। ਕਿਰਿਆ 1, ਆਪਣਾ ਅਤੇ ਆਪਣੇ ਦੋਸਤਾਂ ਦੇ ਕੱਦ ਦੀ ਮਿਣਤੀ ਕਰੋ। ਇਸ ਮਿਣਤੀ ਨੂੰ ਹੇਠ ਲਿਖੀ ਸਾਰਣੀ ਵਿੱਚ ਦਰਜ ਕਰਦੇ ਹੋਏ ਇਸ ਨੂੰ ਇੰਚਾਂ ਅਤੇ ਸੈਂਟੀਮੀਟਰਾਂ ਦੋਹਾਂ ਪ੍ਰਣਾਲੀਆਂ ਵਿੱਚ ਦਰਸਾਓ। ਅਰਸ਼ ਨੇ ਘਰ ਆ ਕੇ ਦੱਸਿਆ ਕਿ ਉਸ ਦਾ ਕੱਦ ਸਭ ਲੜਕੀਆਂ ਤੋਂ ਲੰਬਾ ਹੈ। ਉਸ ਦੇ ਪਿਤਾ ਜੀ ਕਹਿਣ ਲੱਗੇ, ਤੇਰਾ ਕੱਦ ਵੱਧ ਰਿਹਾ ਹੈ, ਇਹ ਬਹੁਤ ਚੰਗੀ ਗੱਲ ਹੈ। ਕੱਦ ਵਿੱਚ ਵਾਧੇ ਦੇ ਨਾਲ ਨਾਲ ਗੁਣਾਂ ਵਿੱਚ ਵੀ ਵਾਧਾ ਹੋਣਾ ਚਾਹੀਦਾ ਹੈ। ਦੇਖ, ਤੇਰੀ ਭੈਣ ਦਾ ਕੱਦ ਛੋਟਾ ਹੈ, ਪਰ ਇਸ ਦੀ ਲਿਖਾਈ ਕਿੰਨੀ ਸੋਹਣੀ ਹੈ, ਜਿਸ ਕਰਕੇ ਸਾਰੇ ਅਧਿਆਪਕ ਇਸ ਨੂੰ ਪਿਆਰ ਕਰਦੇ ਹਨ। ਤੇਰੀ ਮੰਮੀ ਕਿੰਨਾ ਸੋਹਣਾ ਗਾ ਲੈਂਦੀ ਹੈ। ਤੇਰੇ ਚਾਚਾ ਜੀ ਚਿੱਤਰ ਬਹੁਤ ਵਧੀਆ ਬਣਾ ਲੈਂਦੇ ਹਨ। ਕਿਸੇ ਵਿੱਚ ਕੋਈ ਗੁਣ ਵੱਧ ਹੁੰਦਾ ਹੈ ਅਤੇ ਕਿਸੇ ਵਿੱਚ ਕੋਈ ਹੋਰ ਗੁਣ ਹੋਵੇਗਾ। ਤੇਰੇ ਦੋਸਤਾਂ ਵਿੱਚੋਂ ਕੁਝ ਖੇਡਾਂ ਵਿੱਚ ਬਹੁਤ ਅੱਗੇ ਹੋ ਸਕਦੇ ਹਨ ਅਤੇ ਕੁਝ ਪੜ੍ਹਾਈ ਵਿੱਚ। ਸਾਨੂੰ ਹਰ ਇੱਕ ਦੇ ਗੁਣਾਂ ਦੀ ਕਦਰ ਕਰਨੀ ਚਾਹੀਦੀ ਹੈ। ਉਹਨਾਂ ਤੋਂ ਪ੍ਰੇਰਣਾ ਲੈ ਕੇ ਸਾਨੂੰ ਆਪਣੇ ਵਿੱਚ ਹੋਰ ਗੁਣ ਪੈਦਾ ਕਰਨੇ ਚਾਹੀਦੇ ਹਨ। ਸੋਚੋ ਅਤੇ ਉੱਤਰ ਦਿਓ।
ਪ੍ਰਸ਼ਨ 1, ਤੁਹਾਡੇ ਪਰਿਵਾਰ ਵਿੱਚ ਸਭ ਤੋਂ ਉੱਚੀ ਆਵਾਜ਼ ਕਿਸ ਦੀ ਹੈ? ਤੁਹਾਡੇ ਪਰਿਵਾਰ ਵਿੱਚ ਸਭ ਤੋਂ ਉੱਚਾ ਕੌਣ ਹੱਸਦਾ ਹੈ? ਨੰਬਰ 3, ਤੁਹਾਡੇ ਪਰਿਵਾਰ ਵਿੱਚ ਸਭ ਤੋਂ ਹੌਲੀ ਕੌਣ ਬੋਲਦਾ ਹੈ? ਨੰਬਰ 4, ਤੁਹਾਡੀ ਜਮਾਤ ਵਿੱਚ ਸਭ ਤੋਂ ਉੱਚੀ ਕੌਣ ਬੋਲਦਾ ਹੈ? ਨੰਬਰ 5, ਤੁਹਾਡੀ ਜਮਾਤ ਵਿੱਚ ਸਭ ਤੋਂ ਸੁੰਦਰ ਲਿਖਾਈ ਕਿਸ ਦੀ ਹੈ? ਦੂਸਰੇ ਦਿਨ ਅਰਸ਼ ਦੀ ਜਮਾਤ ਵਿੱਚ ਇੱਕ ਨਵੀਂ ਲੜਕੀ ਰੇਸ਼ਮਾ ਆਈ ਸੀ। ਉਸ ਦੇ ਵਾਲ ਬੜੇ ਲੰਮੇ ਸਨ। ਲੜਕੀਆਂ ਉਸ ਦੇ ਵਾਲਾਂ ਦੀ ਸਿਫਤ ਕਰ ਰਹੀਆਂ ਸਨ ਅਤੇ ਪੁੱਛ ਰਹੀਆਂ ਸਨ ਕਿ ਉਸ ਦੇ ਵਾਲ ਇੰਨੇ ਲੰਮੇ ਕਿਉਂ ਹਨ। ਰੇਸ਼ਮਾ, ਮੇਰੀ ਮਾਤਾ ਜੀ ਦੇ ਵਾਲ ਵੀ ਇੰਨੇ ਹੀ ਲੰਮੇ ਹਨ। ਦੂਸਰੀ ਲੜਕੀ, ਮੇਰੇ ਤਾਂ ਵਾਲ ਪੂਰੇ ਹਨ ਅਤੇ ਗੁੱਤ ਵੀ ਛੋਟੀ ਜਿਹੀ ਹੁੰਦੀ ਹੈ। ਨੀਤੂ, ਆਹ ਗੁੱਡੀ ਦੇ ਵਾਲ ਤਾਂ ਛੱਲਿਆਂ ਵਾਲੇ ਹਨ। ਇਸ ਦੇ ਭਰਾ ਦੇ ਵਾਲ ਵੀ ਇਸ ਤਰ੍ਹਾਂ ਦੇ ਹੀ ਹਨ। ਗੁੱਡੀ, ਹਾਂ, ਮੈਂ ਕਿੰਨੇ ਵੀ ਵਾਹ ਲਵਾਂ, ਇਹ ਇਸ ਤਰ੍ਹਾਂ ਹੀ ਰਹਿੰਦੇ ਹਨ। ਕਿਰਿਆ 2, ਆਪਣੀ ਸ਼੍ਰੇਣੀ ਵਿੱਚ ਨੋਟ ਕਰੋ ਕਿ ਨੰਬਰ 1, ਕਿਸ ਬੱਚੇ ਦੇ ਵਾਲ ਘੁੰਗਰਾਲੇ ਹਨ? ਨੰਬਰ 2, ਕਿਹਨਾਂ ਦੀਆਂ ਗੱਲਾਂ ਵਿੱਚ ਟੋਏ ਪੈਂਦੇ ਹਨ? ਨੰਬਰ 3, ਕਿਹੜਾ ਬੱਚਾ ਆਪਣੀ ਜੀਭ ਨਾਲ ਨੱਕ ਛੂ ਸਕਦਾ ਹੈ? ਨੰਬਰ 4, ਕਿਹੜਾ ਬੱਚਾ ਆਪਣੀ ਜੀਭ ਨੂੰ ਪਾਸਿਆਂ ਤੋਂ ਮੋੜ ਕੇ ਪਰਨਾਲਾ ਬਣਾ ਸਕਦਾ ਹੈ? ਫਿਰ ਉਹਨਾਂ ਨੂੰ ਪੁੱਛੋ ਕਿ ਉਹਨਾਂ ਦੇ ਪਰਿਵਾਰ ਜਾਂ ਰਿਸ਼ਤੇਦਾਰਾਂ ਵਿੱਚੋਂ ਕਿਸ ਵਿੱਚ ਇਹ ਗੁਣ ਮੌਜੂਦ ਹਨ। ਸਾਨੂੰ ਬਹੁਤ ਸਾਰੇ ਸਰੀਰਕ ਗੁਣ ਆਪਣੇ ਮਾਤਾ-ਪਿਤਾ ਤੋਂ ਵਿਰਸੇ ਵਿੱਚ ਪ੍ਰਾਪਤ ਹੋ ਜਾਂਦੇ ਹਨ, ਜਿਵੇਂ ਰੰਗ, ਕੱਦ, ਨੈਣ ਨਕਸ਼ ਆਦਿ, ਜਦ ਕਿ ਕੁਝ ਗੁਣ ਅਸੀਂ ਮਿਹਨਤ ਕਰਕੇ ਖੁਦ ਹਾਸਲ ਕਰਦੇ ਹਾਂ। ਸਾਡੇ ਸਰੀਰਕ ਗੁਣਾਂ ਤੇ ਸਾਡੀ ਖੁਰਾਕ ਅਤੇ ਕਸਰਤ ਆਦਿ ਦਾ ਵੀ ਪ੍ਰਭਾਵ ਪੈਂਦਾ ਹੈ। ਆਦਤਾਂ ਅਸੀਂ ਆਪਣੇ ਪਰਿਵਾਰ ਜਾਂ ਆਲੇ-ਦੁਆਲੇ ਤੋਂ ਸਿੱਖਦੇ ਹਾਂ, ਜਿਵੇਂ ਸਵੇਰੇ ਜਲਦੀ ਉੱਠਣਾ ਜਾਂ ਸਫਾਈ ਰੱਖਣਾ ਆਦਿ। ਕਿਰਿਆ 3, ਹੇਠ ਲਿਖਿਆਂ ਵਿੱਚੋਂ ਕਿਹੜੀਆਂ ਆਦਤਾਂ ਕਿਸ ਵਿੱਚ ਮੌਜੂਦ ਹਨ? ਹਾਂ ਲਈ 1 ਮਾਰਕ ਸਹੀ ਅਤੇ ਨਹੀਂ ਲਈ ਕਾਂਟੇ ਦਾ ਨਿਸ਼ਾਨ ਲਗਾਓ। ਆਦਤ, ਸਵੇਰੇ ਜਲਦੀ ਉੱਠਣਾ, ਹਰ ਰੋਜ਼ ਨਹਾਉਣਾ, ਦੰਦਾਂ ਨੂੰ ਬੁਰਸ਼ ਕਰਨਾ, ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ, ਸਕੂਲ ਸਮੇਂ ਸਿਰ ਜਾਣਾ, ਜਲਦੀ ਗੁੱਸੇ ਵਿੱਚ ਆ ਜਾਣਾ, ਗਾਲਾਂ ਕੱਢਣੀਆਂ, ਝੂਠ ਬੋਲਣਾ। ਤੁਸੀਂ ਖੁਦ, ਤੁਹਾਡਾ ਕੋਈ ਪਰਿਵਾਰਕ ਮੈਂਬਰ, ਤੁਹਾਡਾ ਦੋਸਤ। ਅਰਸ਼ ਦੀ ਭੂਆ ਦਾ ਵਿਆਹ ਸੀ, ਇਸ ਲਈ ਬਹੁਤ ਸਾਰੇ ਨਵੇਂ ਕੱਪੜੇ ਖਰੀਦਣੇ ਸਨ। ਅਰਸ਼ ਵੀ ਆਪਣੇ ਪਰਿਵਾਰ ਨਾਲ ਬਾਜ਼ਾਰ ਗਿਆ। ਦੁਕਾਨਦਾਰ ਨੇ ਉਹਨਾਂ ਨੂੰ ਬਹੁਤ ਸਾਰੇ ਰੰਗਾਂ ਦੇ ਕੱਪੜੇ ਦਿਖਾਏ। ਅਰਸ਼ ਨੂੰ ਨੀਲੇ ਰੰਗ ਦਾ ਕੱਪੜਾ ਬੜਾ ਸੋਹਣਾ ਲੱਗਿਆ, ਜਦ ਕਿ ਉਸ ਦੀ ਭੈਣ ਕਹਿਣ ਲੱਗੀ ਕਿ ਇਹ ਵੀ ਕੋਈ ਰੰਗ ਹੈ। ਆਹ ਦੇਖ, ਕਿੰਨੇ ਸੋਹਣੇ ਹਰੇ ਰੰਗ ਦਾ ਪ੍ਰਿੰਟ ਹੈ। ਅਰਸ਼ ਉਸ ਨੂੰ ਦੇਖ ਕੇ ਨੱਕ ਚੜਾਉਣ ਲੱਗਾ। ਅਰਸ਼ ਦੀ ਮੰਮੀ ਕਹਿਣ ਲੱਗੀ, ਦੋਵੇਂ ਰੰਗ ਹੀ ਸੋਹਣੇ ਹਨ, ਕਿਸੇ ਨੂੰ ਕੋਈ ਰੰਗ ਚੰਗਾ ਲੱਗਦਾ ਹੈ ਅਤੇ ਕਿਸੇ ਨੂੰ ਕੋਈ। ਅਸਲ ਵਿੱਚ ਸਭ ਨੂੰ ਇੱਕੋ ਜਿਹੀਆਂ ਚੀਜ਼ਾਂ ਪਸੰਦ ਨਹੀਂ ਆਉਂਦੀਆਂ। ਜਿਵੇਂ ਸਕੂਲ ਵਿੱਚ ਖਾਣੇ ਸਮੇਂ ਕੁਝ ਬੱਚੇ ਚਾਵਲ ਬੜੇ ਸ਼ੌਕ ਨਾਲ ਖਾਂਦੇ ਹਨ, ਜਦ ਕਿ ਕੁਝ ਬੱਚੇ ਚਾਵਲ ਬਿਲਕੁਲ ਹੀ ਪਸੰਦ ਨਹੀਂ ਕਰਦੇ। ਕੁਝ ਬੱਚੇ ਮਿੱਠੀਆਂ ਚੀਜ਼ਾਂ ਵੱਧ ਸ਼ੌਕ ਨਾਲ ਖਾਂਦੇ ਹਨ ਅਤੇ ਕੁਝ ਕਰਾਰੀਆਂ ਨਮਕੀਨ ਚੀਜ਼ਾਂ ਪਸੰਦ ਕਰਦੇ ਹਨ। ਲੋਕਾਂ ਦੇ ਖਾਣ ਪੀਣ ਦੀਆਂ ਆਦਤਾਂ ਉੱਪਰ ਉਹਨਾਂ ਦੇ ਇਲਾਕਿਆਂ ਅਤੇ ਪਰਿਵਾਰਾਂ ਦੇ ਸੱਭਿਆਚਾਰਾਂ ਦਾ ਕਾਫੀ ਪ੍ਰਭਾਵ ਪੈਂਦਾ ਹੈ। ਬੰਗਾਲੀ ਲੋਕ ਮੱਛੀ ਬਹੁਤ ਖਾਂਦੇ ਹਨ, ਪਰ ਕੁਝ ਲੋਕ ਮੱਛੀ ਦੀ ਗੰਧ ਹੀ ਬਰਦਾਸ਼ਤ ਨਹੀਂ ਕਰ ਸਕਦੇ। ਕਣਕ ਵੱਧ ਹੋਣ ਕਾਰਨ ਪੰਜਾਬ ਦੇ ਲੋਕ ਜ਼ਿਆਦਾਤਰ ਰੋਟੀ ਹੀ ਖਾਂਦੇ ਹਨ, ਜਦ ਕਿ ਹੋਰ ਸੂਬਿਆਂ ਵਿੱਚੋਂ ਆਏ ਲੋਕ ਚਾਵਲ ਆਦਿ ਜ਼ਿਆਦਾ ਪਸੰਦ ਕਰਦੇ ਹਨ।
ਸੰਕੇਤ ਭਾਸ਼ਾ। ਕੱਪੜੇ ਖਰੀਦ ਕੇ ਅਰਸ਼ ਆਪਣੀ ਮੰਮੀ ਅਤੇ ਭੈਣ ਨਾਲ ਘਰ ਮੁੜ ਆਇਆ। ਘਰ ਵਿੱਚ ਉਸ ਦੇ ਪਿਤਾ ਜੀ ਟੈਲੀਵਿਜ਼ਨ ਦੇਖ ਰਹੇ ਸਨ। ਦੂਰਦਰਸ਼ਨ ਉੱਤੇ ਇੱਕ ਔਰਤ ਹੱਥਾਂ ਨਾਲ ਬੜੀ ਤੇਜ਼ੀ ਨਾਲ ਇਸ਼ਾਰੇ ਕਰ ਰਹੀ ਸੀ, ਪਰ ਉਹ ਕੁਝ ਵੀ ਬੋਲ ਨਹੀਂ ਰਹੀ ਸੀ। ਅਰਸ਼ ਉਸ ਨੂੰ ਦੇਖ ਕੇ ਬੜਾ ਹੈਰਾਨ ਹੋਇਆ ਕਿ ਉਹ ਕੀ ਕਰ ਰਹੀ ਸੀ, ਪਰ ਉਸ ਨੂੰ ਕੁਝ ਸਮਝ ਨਾ ਆਇਆ। ਉਹ ਆਪਣੇ ਪਿਤਾ ਜੀ ਨੂੰ ਪੁੱਛਣ ਲੱਗਾ, ਇਹ ਔਰਤ ਕੀ ਕਰ ਰਹੀ ਹੈ? ਪਿਤਾ ਜੀ, ਇਹ ਔਰਤ ਉਹਨਾਂ ਵਿਅਕਤੀਆਂ ਲਈ ਖਬਰਾਂ ਪੇਸ਼ ਕਰ ਰਹੀ ਹੈ ਜੋ ਬੋਲ ਅਤੇ ਸੁਣ ਨਹੀਂ ਸਕਦੇ। ਅਰਸ਼, ਉਹਨਾਂ ਨੂੰ ਇਸ ਤਰ੍ਹਾਂ ਖਬਰਾਂ ਦੀ ਸਮਝ ਕਿਵੇਂ ਆ ਜਾਂਦੀ ਹੈ? ਪਿਤਾ ਜੀ, ਉਹਨਾਂ ਨੇ ਇਸ਼ਾਰਿਆਂ ਦੀ ਭਾਸ਼ਾ ਸਿੱਖੀ ਹੁੰਦੀ ਹੈ। ਅਰਸ਼, ਉਹ ਇਹ ਭਾਸ਼ਾ ਕਿੱਥੋਂ ਸਿੱਖਦੇ ਹਨ? ਪਿਤਾ ਜੀ, ਅਜਿਹੇ ਬੱਚਿਆਂ ਲਈ ਵਿਸ਼ੇਸ਼ ਸਕੂਲ ਹੁੰਦੇ ਹਨ ਜਿੱਥੇ ਉਹਨਾਂ ਨੂੰ ਆਪਣੀ ਗੱਲ ਕਹਿਣੀ ਅਤੇ ਸਮਝਣੀ ਸਿਖਾਈ ਜਾਂਦੀ ਹੈ। ਇਹ ਨੀਚੇ ਤੁਸੀਂ ਵੇਖ ਸਕਦੇ ਹੋ ਵੀ ਹੈਲੋ ਦਾ ਜੋ ਸੰਕੇਤਿਕ ਭਾਸ਼ਾ ਹੈ ਉਹ ਕਿਵੇਂ ਹੈ। ਅਲਵਿਦਾ, ਤੁਹਾਨੂੰ ਮਿਲ ਕੇ ਖੁਸ਼ੀ ਹੋਈ। ਹਾਂ ਜੀ, ਨਹੀਂ ਜੀ, ਕਿਰਪਾ ਕਰਕੇ, ਧੰਨਵਾਦ। ਇਹ ਜੋ ਅਸੀਂ ਉੱਤੇ ਦੇਖਿਆ ਹੈ ਇਹ ਹੈ ਸੰਕੇਤ ਭਾਸ਼ਾ ਚਿੰਨ੍ਹ ਚਾਰਟ। ਸੰਕੇਤ ਭਾਸ਼ਾ ਦਾ ਚਿੰਨ੍ਹ ਚਾਰਟ ਸੀ ਜੋ ਅਸੀਂ ਉੱਤੇ ਜੋ ਹੈ ਵੇਖਿਆ ਹੈ। ਚਾਹੇ ਆਮ ਲੋਕਾਂ ਨੂੰ ਇਸ ਤਰ੍ਹਾਂ ਸੰਕੇਤਾਂ ਨਾਲ ਗੱਲਬਾਤ ਕਰਨੀ ਜਾਂ ਸਮਝਣੀ ਕਾਫੀ ਮੁਸ਼ਕਲ ਜਾਪਦੀ ਹੈ, ਪਰ ਅਜਿਹੇ ਵਿਅਕਤੀ ਇਸ ਨੂੰ ਆਸਾਨੀ ਨਾਲ ਸਮਝ ਜਾਂਦੇ ਹਨ। ਜਿਨ੍ਹਾਂ ਵਿਅਕਤੀਆਂ ਵਿੱਚ ਕਿਸੇ ਗਿਆਨ ਇੰਦਰੀ ਦੀ ਘਾਟ ਹੋਵੇ, ਉਹਨਾਂ ਦਾ ਦਿਮਾਗ ਦੂਸਰੀਆਂ ਗਿਆਨ ਇੰਦਰੀਆਂ ਉੱਤੇ ਵਧੇਰੇ ਕੇਂਦਰਿਤ ਹੋ ਜਾਂਦਾ ਹੈ, ਜਿਸ ਨਾਲ ਉਹਨਾਂ ਦੀਆਂ ਦੂਸਰੀਆਂ ਗਿਆਨ ਇੰਦਰੀਆਂ ਵਧੇਰੇ ਯੋਗ ਅਤੇ ਸੰਵੇਦਨਸ਼ੀਲ ਹੋ ਜਾਂਦੀਆਂ ਹਨ। ਜਿਵੇਂ ਕਿ ਦੇਖ ਨਾ ਸਕਣ ਵਾਲੇ ਵਿਅਕਤੀ ਦੀ ਸੁਣਨ ਸ਼ਕਤੀ ਅਤੇ ਛੂਹ ਕੇ ਅਨੁਭਵ ਕਰਨ ਦੀ ਸ਼ਕਤੀ ਬਹੁਤ ਤੇਜ਼ ਹੁੰਦੀ ਹੈ, ਇਵੇਂ ਹੀ ਸੁਣ ਨਾ ਸਕਣ ਵਾਲੇ ਵਿਅਕਤੀ ਅੱਖਾਂ ਤੋਂ ਵੱਧ ਕੰਮ ਲੈਂਦੇ ਹਨ। ਇਸੇ ਕਰਕੇ ਅਜਿਹੇ ਵਿਅਕਤੀਆਂ ਨੂੰ ਹੁਣ ਅੰਗਹੀਨ ਨਾ ਕਹਿ ਕੇ ਵਿਲੱਖਣ ਯੋਗਤਾ ਵਾਲੇ ਵਿਅਕਤੀ ਕਿਹਾ ਜਾਂਦਾ ਹੈ। ਸਿਰਫ ਇਹਨਾਂ ਦੀਆਂ ਲੋੜਾਂ ਕੁਝ ਵੱਖਰੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਪੂਰਤੀ ਹੁੰਦੀ ਰਹੇ ਤਾਂ ਇਹ ਨਾ ਸਿਰਫ ਆਮ ਵਿਅਕਤੀਆਂ ਵਾਂਗ ਜਿਉ ਸਕਦੇ ਹਨ, ਸਗੋਂ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਵੀ ਕਰ ਸਕਦੇ ਹਨ। ਇਸ ਦੀ ਇੱਕ ਬੜੀ ਖੂਬਸੂਰਤ ਉਦਾਹਰਣ ਹੈਲਨ ਕੈਲਰ ਦੀ ਜ਼ਿੰਦਗੀ ਹੈ। ਨੀਚੇ ਤੁਸੀਂ ਵੇਖ ਸਕਦੇ ਹੋ ਜੀ, ਹੈਲਨ ਕੈਲਰ ਦੀ ਤਸਵੀਰ ਹੈ ਤੇ ਹੈਲਨ ਕੈਲਰ ਅਤੇ ਐਨੀ ਸੁਲੀਵਾਨ। ਹੈਲਨ ਕੈਲਰ ਨਾ ਦੇਖ ਸਕਦੀ ਸੀ ਅਤੇ ਨਾ ਹੀ ਸੁਣ ਸਕਦੀ ਸੀ, ਪਰ ਉਸਨੇ ਵਧੀਆ ਪੜ੍ਹਾਈ ਕੀਤੀ। ਦਰਜਨ ਦੇ ਲਗਭਗ ਪੁਸਤਕਾਂ ਲਿਖੀਆਂ, ਸਾਰਾ ਸੰਸਾਰ ਘੁੰਮਿਆ, ਅਮਰੀਕਾ ਦੇ ਰਾਸ਼ਟਰਪਤੀਆਂ ਨਾਲ ਉਸ ਦੀਆਂ ਮੁਲਾਕਾਤਾਂ ਹੋਈਆਂ ਅਤੇ ਅਨੇਕਾਂ ਇਨਾਮ ਸਨਮਾਨ ਹਾਸਲ ਕੀਤੇ। ਉਹ ਅਜੇ 1.5 ਸਾਲ ਦੀ ਹੀ ਸੀ ਕਿ ਇੱਕ ਬਿਮਾਰੀ ਦੇ ਕਾਰਨ ਉਸ ਦੀਆਂ ਸੁਣਨ ਅਤੇ ਦੇਖਣ ਵਾਲੀਆਂ ਦੋਵੇਂ ਸ਼ਕਤੀਆਂ ਖਤਮ ਹੋ ਗਈਆਂ। ਜਦ ਉਹ 7 ਸਾਲ ਦੀ ਹੋਈ ਤਾਂ ਉਸ ਦੇ ਮਾਪਿਆਂ ਨੇ ਉਸ ਦੀ ਸਿੱਖਿਆ ਲਈ ਇੱਕ ਬਹੁਤ ਹੀ ਯੋਗ ਅਧਿਆਪਕਾ ਐਨੀ ਸੁਲੀਵਾਨ ਰੱਖ ਦਿੱਤੀ। ਉਸ ਨੇ ਹੈਲਨ ਨੂੰ ਉਸ ਦੇ ਹੱਥਾਂ ਉੱਪਰ ਸ਼ਬਦ ਲਿਖ ਕੇ ਸਮਝਾਉਣੇ ਚਾਹੇ, ਪਰ ਇਹ ਬਹੁਤ ਹੀ ਮੁਸ਼ਕਲ ਲੱਗ ਰਿਹਾ ਸੀ, ਕਿਉਂਕਿ ਸ਼ਬਦਾਂ ਦੇ ਅਰਥ ਉਸ ਨੂੰ ਨਾ ਤਾਂ ਬੋਲ ਕੇ ਸਮਝਾਏ ਜਾ ਸਕਦੇ ਸਨ ਅਤੇ ਨਾ ਹੀ ਕੁਝ ਦਿਖਾਇਆ ਜਾ ਸਕਦਾ ਸੀ। ਪਰ ਇੱਕ ਦਿਨ ਇੱਕ ਨਲਕੇ ਕੋਲ ਬੈਠਿਆਂ ਉਸ ਦੀ ਅਧਿਆਪਕਾ ਨੇ ਉਸ ਦੇ ਇੱਕ ਹੱਥ ਉੱਤੇ ਪਾਣੀ ਪਾਇਆ ਅਤੇ ਦੂਸਰੇ ਹੱਥ ਉੱਤੇ ਪਾਣੀ ਸ਼ਬਦ ਲਿਖ ਦਿੱਤਾ। ਬਸ ਫਿਰ ਕੀ ਸੀ,
ਹੈਲਨ ਨੂੰ ਸ਼ਬਦਾਂ ਦੇ ਅਰਥ ਸਮਝ ਆਉਣ ਲੱਗੇ। ਉਸ ਨੇ ਤੁਰੰਤ ਹੀ ਜ਼ਮੀਨ ਨੂੰ ਹੱਥ ਲਗਾਇਆ ਤਾਂ ਅਧਿਆਪਕਾਂ ਨੇ ਦੂਸਰੇ ਹੱਥ ਉੱਪਰ ਜ਼ਮੀਨ ਸ਼ਬਦ ਲਿਖ ਦਿੱਤਾ। ਉਸ ਨੇ ਪਹਿਲੇ ਦਿਨ ਹੀ 30 ਸ਼ਬਦ ਸਿੱਖ ਲਏ ਅਤੇ ਇਸ ਤਰ੍ਹਾਂ ਉਸ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ। ਬਰੇਲ ਲਿਪੀਆਂ ਰਾਹੀਂ 5 ਭਾਸ਼ਾਵਾਂ ਸਿੱਖੀਆਂ ਅਤੇ ਪ੍ਰਸਿੱਧ ਲੇਖਕਾ ਬਣੀ। ਉਸ ਦੀ ਜੀਵਨੀ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਸਰੀਰਕ ਕਮੀਆਂ ਤੇ ਕਾਬੂ ਪਾ ਕੇ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ। ਜਾਣੋ ਕਿ ਤੁਹਾਡੀ ਜਾਣਕਾਰੀ ਵਿੱਚ ਕੋਈ ਅਜਿਹਾ ਵਿਅਕਤੀ ਹੈ ਜਿਸ ਵਿੱਚ ਸੁਣਨ, ਬੋਲਣ ਜਾਂ ਵੇਖਣ ਦੀ ਸ਼ਕਤੀ ਨਹੀਂ ਹੈ। ਉਸ ਨੇ ਆਪਣੀ ਇਸ ਘਾਟ ਉੱਤੇ ਕਿਸ ਤਰ੍ਹਾਂ ਕਾਬੂ ਪਾਇਆ ਹੈ? ਬਰੇਲ ਲਿਪੀ। ਤੁਸੀਂ ਤੀਸਰੀ ਸ਼੍ਰੇਣੀ ਵਿੱਚ ਪੜ੍ਹ ਚੁੱਕੇ ਹੋ ਕਿ ਜੋ ਵਿਅਕਤੀ ਦੇਖ ਨਹੀਂ ਸਕਦੇ ਉਹਨਾਂ ਦੇ ਪੜ੍ਹਨ ਲਈ ਛੂਹ ਕੇ ਸਮਝਣ ਵਾਲੀ ਲਿਪੀ ਤਿਆਰ ਕੀਤੀ ਗਈ ਹੈ, ਜਿਸ ਨੂੰ ਬਰੇਲ ਲਿਪੀ ਕਿਹਾ ਜਾਂਦਾ ਹੈ। ਇਸ ਲਿਪੀ ਵਿੱਚ ਅੱਖਰਾਂ ਦੀ ਜਗ੍ਹਾ ਤੇ ਕਾਗਜ਼ ਉੱਤੇ ਉਭਰੀਆਂ ਹੋਈਆਂ ਬਿੰਦੀਆਂ ਬਣਾਈਆਂ ਜਾਂਦੀਆਂ ਹਨ ਤਾਂ ਜੋ ਵਿਅਕਤੀ ਉਹਨਾਂ ਨੂੰ ਛੂਹ ਕੇ ਸੌਖਿਆਂ ਸਮਝ ਸਕੇ। ਹੇਠ ਲਿਖੇ ਗੁਰਮੁਖੀ ਅੱਖਰਾਂ ਲਈ ਬਰੇਲ ਲਿਪੀ ਵਾਲੇ ਚਿੰਨ੍ਹ ਦਿੱਤੇ ਗਏ ਹਨ। ਇਹ ਤੁਸੀਂ ਵੇਖ ਸਕਦੇ ਹੋ ਪੰਜਾਬੀ ਅੱਖਰਾਂ ਲਈ ਬਰੇਲ ਲਿਪੀ। ਕੁਝ ਲੋਕ ਠੀਕ ਤਰ੍ਹਾਂ ਚੱਲ ਫਿਰ ਨਹੀਂ ਸਕਦੇ। ਉਹ ਫੁਹੜੀਆਂ ਦੀ ਸਹਾਇਤਾ ਨਾਲ ਜਾਂ ਹੱਥ ਨਾਲ ਚੱਲਣ ਵਾਲੇ ਤੀਪਹੀਆ ਰਿਕਸ਼ੇ ਜਾਂ ਪਹੀਆਂ ਵਾਲੀ ਕੁਰਸੀ ਰਾਹੀਂ ਹੀ ਇੱਕ ਥਾਂ ਤੋਂ ਦੂਸਰੀ ਥਾਂ ਆ ਜਾ ਸਕਦੇ ਹਨ। ਪਰ ਕੋਈ ਕਮਰਾ ਜਾਂ ਇਮਾਰਤ ਜ਼ਮੀਨ ਤੋਂ ਕੁਝ ਉੱਚੀ ਹੋਣ ਕਰਕੇ ਪੌੜੀਆਂ ਬਣੀਆਂ ਹੋਣ ਤਾਂ 30 ਪਹੀਆ ਰਿਕਸ਼ਾ ਜਾਂ ਪਹੀਆਂ ਵਾਲੀ ਕੁਰਸੀ ਵੀਲ ਚੇਅਰ ਉੱਥੇ ਨਹੀਂ ਜਾ ਸਕਦੇ। ਇਸ ਮੁਸ਼ਕਲ ਨੂੰ ਦੂਰ ਕਰਨ ਲਈ ਹੁਣ ਜਨਤਕ ਸਥਾਨਾਂ ਤੇ ਪੌੜੀਆਂ ਦੇ ਨਾਲ ਪੱਕੀ ਢਲਾਣ ਰੈਂਪ ਬਣਾਈ ਜਾਂਦੀ ਹੈ ਤਾਂ ਜੋ ਪਹੀਆਂ ਵਾਲੀ ਕੁਰਸੀ ਜਾਂ ਰਿਕਸ਼ੇ ਨੂੰ ਵਰਤਣ ਵਾਲੇ ਵਿਅਕਤੀ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਤੁਹਾਡੇ ਸਕੂਲ ਵਿੱਚ ਵੀ ਪਿਛਲੇ ਕੁਝ ਸਾਲਾਂ ਦੌਰਾਨ ਬਣੇ ਕਮਰਿਆਂ ਜਾਂ ਬਾਥਰੂਮਾਂ ਦੀਆਂ ਪੌੜੀਆਂ ਦੇ ਨਾਲ ਅਜਿਹੀ ਢਲਾਣ ਰੈਂਪ ਬਣੀ ਹੋਵੇਗੀ। ਅਸਲ ਵਿੱਚ ਪਹਿਲਾਂ ਬਹੁਤ ਸਾਰੇ ਬੱਚੇ ਪੋਲੀਓ ਦੀ ਬਿਮਾਰੀ ਕਾਰਨ ਠੀਕ ਤਰ੍ਹਾਂ ਚੱਲਣ ਫਿਰਨ ਤੋਂ ਅਸਮਰਥ ਹੋ ਜਾਂਦੇ ਸਨ, ਪਰ ਹੁਣ ਭਾਰਤ ਵਿੱਚ ਪੋਲੀਓ ਦੀ ਬਿਮਾਰੀ ਉੱਤੇ ਕਾਬੂ ਪਾ ਲਿਆ ਗਿਆ ਹੈ, ਜਿਸ ਕਰਕੇ ਇਸ ਬਿਮਾਰੀ ਕਾਰਨ ਨਾ ਚੱਲ ਫਿਰ ਸਕਣ ਵਾਲੇ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੋ ਗਈ ਹੈ। ਫਿਰ ਵੀ ਹਾਦਸਿਆਂ ਕਾਰਨ, ਬੁਢਾਪੇ ਨਾਲ ਜਾਂ ਕਿਸੇ ਹੋਰ ਰੋਗ ਕਾਰਨ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਬਿਨਾਂ ਸਹਾਇਤਾ ਚੱਲ ਫਿਰ ਨਹੀਂ ਸਕਦੇ। ਸਾਨੂੰ ਅਜਿਹੇ ਵਿਅਕਤੀਆਂ ਦੀ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਹਮੇਸ਼ਾ ਉਹਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਕਦੇ ਵੀ ਉਹਨਾਂ ਦੀ ਸਰੀਰਕ ਘਾਟ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਕਦੇ ਵੀ ਉਹਨਾਂ ਦੀ ਸਰੀਰਕ ਘਾਟ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਅਧਿਆਪਕ ਲਈ ਬੱਚਿਆਂ ਨੂੰ ਸਰੀਰਕ ਚੁਣੌਤੀ ਦਾ ਸਾਹਮਣਾ ਕਰਨ ਵਾਲੇ ਵਿਅਕਤੀਆਂ ਦੀਆਂ ਮੁਸ਼ਕਲਾਂ ਦਾ ਅਹਿਸਾਸ ਕਰਵਾਉਣ ਅਤੇ ਉਹਨਾਂ ਪ੍ਰਤੀ ਸੰਵੇਦਨਾ ਪੈਦਾ ਕਰਨ ਲਈ ਕੁਝ ਕਿਰਿਆਵਾਂ ਕਰਵਾਈਆਂ ਜਾ ਸਕਦੀਆਂ ਹਨ। ਜਿਵੇਂ ਵਾਰੀ ਨਾਲ ਇੱਕ ਬੱਚੇ ਨੂੰ 2 ਘੰਟਿਆਂ ਲਈ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਰਹਿਣਾ ਪਵੇ, ਕਿਸੇ ਹੋਰ ਦੀ ਲੱਤ ਨੂੰ ਗੋਡੇ ਕੋਲੋਂ ਮੋੜ ਕੇ ਬੰਨ੍ਹ ਦਿੱਤਾ ਜਾਵੇ, ਕਿਸੇ ਦੇ ਮੂੰਹ ਉੱਤੇ ਪੱਟੀ ਬੰਨ੍ਹ ਦਿੱਤੀ ਜਾਵੇ ਅਤੇ ਉਹ ਇਸ਼ਾਰਿਆਂ ਰਾਹੀਂ ਹੀ ਆਪਣੀ ਗੱਲ ਦੱਸੇ। ਸ਼੍ਰੇਣੀ ਦੇ ਦੂਸਰੇ ਬੱਚੇ ਉਹਨਾਂ ਦੀ ਮਦਦ ਕਰਨ। ਇਸ ਨਾਲ ਬੱਚਿਆਂ ਨੂੰ ਪਤਾ ਚੱਲੇਗਾ ਕਿ ਸਰੀਰਕ ਚੁਣੌਤੀ ਵਾਲੇ ਵਿਅਕਤੀਆਂ ਨੂੰ ਕਿਵੇਂ ਜਿਉਣਾ ਪੈਂਦਾ ਹੈ, ਜਿਸ ਨਾਲ ਉਹਨਾਂ ਪ੍ਰਤੀ ਮਦਦ ਦੀ ਭਾਵਨਾ ਜਾਗੇਗੀ। ਉਹਨਾਂ ਨੂੰ ਆਪਣੀ ਸਰੀਰਕ ਸੰਪੂਰਨਤਾ ਦਾ ਅਹਿਸਾਸ ਵੀ ਹੋਵੇਗਾ ਅਤੇ ਦੂਸਰਿਆਂ ਪ੍ਰਤੀ ਸੰਵੇਦਨਸ਼ੀਲਤਾ ਵੀ ਪੈਦਾ ਹੋਵੇਗੀ। ਯਾਦ ਰੱਖਣ ਯੋਗ ਗੱਲਾਂ। ਲੋਕਾਂ ਦੀ ਖਾਣ ਪੀਣ, ਪਹਿਨਣ ਆਦਿ ਦੀ ਪਸੰਦ ਵੱਖ-ਵੱਖ ਹੁੰਦੀ ਹੈ।
ਕੱਦ, ਨੈਣ ਨਕਸ਼ ਆਦਿ ਸਰੀਰਕ ਗੁਣ ਮਾਤਾ-ਪਿਤਾ ਤੋਂ ਵਿਰਸੇ ਵਿੱਚ ਪ੍ਰਾਪਤ ਹੁੰਦੇ ਹਨ। ਚੰਗੀ ਸਿਹਤ ਲਈ ਚੰਗੀ ਖੁਰਾਕ ਅਤੇ ਕਸਰਤ ਜ਼ਰੂਰੀ ਹੈ। ਲੋਕਾਂ ਦੇ ਖਾਣ ਪੀਣ ਦੀਆਂ ਆਦਤਾਂ ਉੱਪਰ ਉਹਨਾਂ ਦੇ ਇਲਾਕਿਆਂ ਅਤੇ ਪਰਿਵਾਰਾਂ ਦੇ ਸੱਭਿਆਚਾਰਾਂ ਦਾ ਕਾਫੀ ਅਸਰ ਹੁੰਦਾ ਹੈ। ਪੰਜਾਬ ਵਿੱਚ ਕਣਕ ਦੀ ਪੈਦਾਵਾਰ ਵੱਧ ਹੋਣ ਕਾਰਨ ਜ਼ਿਆਦਾਤਰ ਲੋਕ ਰੋਟੀ ਖਾਂਦੇ ਹਨ। ਛੂਹ ਕੇ ਪੜ੍ਹਨ ਵਾਲੀ ਲਿਪੀ ਨੂੰ ਬ੍ਰੇਲ ਲਿਪੀ ਕਹਿੰਦੇ ਹਨ।